कबीर सात समुंदर वस करो, कलम करो बन राए। बसदा कागद जो करो, हार जस लिखन न जाए। सुबह टल गुर सेविया सहज सुभाए। दर्शन बरसे गुरु का, जन्म मरण दुख जाए। सतनाम वाहिगुरु साहिब जिया, सोहे महला पंजवा। तुम कहो हियो मिलन प्रभ ताई, खोजत चरियो देखो प्रजाए। तुम कहो हियो मिलन प्रभ ताई, खोजत चरियो देखो प्रजाए। सुनत संदेशरो गृह सेज विषाए। ब्रह्म ब्रह्म आयो तो नदर न पाए। कहना बेद हियरो तीरै निमानो, मिल साजन हो तुझ कुर्बाना। रहाओ एका सेज विषि तन कंता, तन सुते फिर सद जागंता। पियो मदरो तन मतवंता, तन जाके जे फिर बोलंता। भाई निराशे बहुत दिन लागे, देश देशंतर मैं सगले झाके। किन्नर नन पाव बिन पग पाके, होए कृपाल प्रभ मिलह सुभागे। पायो कृपाल सतसंग मिलाया, बूझे तपत करै फिर पाया। सगल श्रृंगार हुण मुझे सुहाया। कहो नानक गुर परम चुकाया। जो देखा ता फिर है पाए। खोले कपाट ता मन ठहरा,
ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸਭ ਬੈਠੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਬੜੇ ਅਦਬ ਦੇ ਨਾਲ। ਸਤਿਗੁਰਾਂ ਦਾ ਪਾਵਨ ਉਪਦੇਸ਼ ਆਪ ਜੀ ਨੇ ਸ਼ਰਵਣ ਕੀਤਾ ਹੈ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਬਚਨ ਰਾਗ ਸੂਹੀ 737 38 ਪਾਵਨ ਅੰਗ ਤੇ ਸੁਭਾਇਮਾਨ। ਇਸ ਪਾਵਨ ਵਾਕ ਸ਼ਬਦ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੱਕ ਜਗਿਆਸੂ ਦੇ ਰੂਪ ਵਜੋਂ ਮਨ ਦੇ ਅੰਦਰ, ਹਿਰਦੇ ਦੇ ਅੰਦਰ ਇੱਕ ਆਸ ਲੈ ਕੇ, ਇੱਕ ਪਿਆਸ ਲੈ ਕੇ ਉਹ ਨਿਰੰਕਾਰ ਪ੍ਰਮਾਤਮਾ ਦੇ ਦਿਦਾਰਿਆਂ ਦੇ ਤਾਂਘ ਲੋਚਦੇ ਹਾਂ, ਸਾਡੇ ਜੀਵਨ ਦੀ ਅਗਵਾਈ ਕਰਦੇ ਹਾਂ। ਫਿਰ ਉਸ ਨਿਰੰਕਾਰ ਪ੍ਰਮਾਤਮਾ ਨਾਲ ਸਾਂਝ ਕਿਵੇਂ ਬਣੇ, ਨੇੜਤਾ ਕਿਵੇਂ ਬਣੇ, ਇਹਦਾ ਵੀ ਜ਼ਿਕਰ ਮਹਾਰਾਜ ਜੀ ਨੇ ਕੀਤਾ ਹੈ। ਸਮੁੱਚੇ ਸ਼ਬਦ ਦੇ ਅੰਦਰ ਇਹੋ ਦੋ ਤਰੀਕਿਆਂ ਦੇ ਰੂਪ ਵਜੋਂ ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਬਚਨ ਕਹੇ। ਪਹਿਲੇ ਰਹਾਉ ਦੇ ਬੰਦ ਦੌਰਾਨ ਮਹਾਰਾਜ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਿ ਉਹ ਕਿਹੜਾ ਤਰੀਕਾ ਹੋਵੇ, ਉਹ ਕਿਹੜੀ ਜੁਗਤੀ ਹੋਵੇ ਜਿਹਦੇ ਨਾਲ ਮੇਰੇ ਹਿਰਦੇ ਦੇ ਅੰਦਰ ਟਿਕਾਓ ਆ ਜਾਏ, ਹਿਰਦੇ ਦੇ ਅੰਦਰ ਧੀਰਜ ਵੱਧ ਜਾਏ ਅਤੇ ਮੈਂ ਉਸ ਨਿਰੰਕਾਰ ਪ੍ਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਲਵਾਂ। ਉਹ ਤੋਂ ਮੈਂ ਕੁਰਬਾਨ ਜਾਣਾ, ਉਹ ਤੋਂ ਸਦਕੇ ਜਾਣਾ। ਆਪਣੇ ਆਪ ਨੂੰ ਮਹਾਰਾਜ ਜੀ ਨੇ ਉਸ ਪਰਮਾਤਮਾ ਦੀ ਜੀਵ ਰੂਪੀ ਇਸਤਰੀ ਵਜੋਂ ਇਸ ਸ਼ਬਦ ਅੰਦਰ ਪੇਸ਼ ਕੀਤਾ ਤੇ ਪਤੀ ਦੇ ਰੂਪ ਵਜੋਂ ਉਸ ਨਿਰੰਕਾਰ ਨੂੰ ਸੰਬੋਧਨ ਕੀਤਾ ਹੈ। ਮਹਾਰਾਜ ਜੀ ਨੇ ਜੋ ਪਾਵਨ ਬਚਨ ਕਹੇ ਰਹਾਉ ਬੰਦ ਦੌਰਾਨ ਸਤਿਗੁਰੂ ਕਹਿਣ ਲੱਗੇ ਕਹਿਣਾ ਬੇਦਾ ਕਹਿਣ ਭਾਵ ਕਿਸ ਤਰੀਕੇ ਦੇ ਨਾਲ ਹੀ ਯਾਰੋ, ਹੀਰੋ ਕਹਿੰਦੇ ਨੇ ਹਿਰਦੇ ਨੂੰ, ਹੀ ਯਾਰੋ ਧੀਰੈ ਨੇ ਮਾਨੋ, ਧੀਰੈ ਕਹਿੰਦੇ ਨੇ ਧੀਰਜ ਨੂੰ। ਉਹ ਕਿਹੜੀ ਜੁਗਤੀ, ਕਿਹੜਾ ਢੰਗ ਤਰੀਕਾ ਹੋਵੇ ਜਿਹਦੇ ਨਾਲ ਮੇਰੇ ਹਿਰਦੇ ਦੇ ਅੰਦਰ ਧੀਰਜ ਵੱਧ ਜਾਏ। ਫਿਰ ਕਹਿੰਦੇ ਮਿਲ ਸਾਜਨ, ਐ ਮੇਰੇ ਸਾਜਨ ਪਤੀ ਪਰਮੇਸ਼ਰ ਨਿਰੰਕਾਰ ਜੀਓ, ਮੇਰਾ ਆਪ ਜੀ ਦੇ ਨਾਲ ਕਿਤੇ ਸਬਬ ਬਣ ਜਾਏ, ਐਸਾ ਮਿਲਾਪ ਬਣ ਜਾਏ। ਹਾਂ ਤੁਝ ਕੁਰਬਾਨੋ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਤੇਰੇ ਤੋਂ ਸਦਕੇ ਜਾਵਾਂ। ਫਿਰ ਪ੍ਰਾਰੰਭਕ ਬਚਨ ਕਹਿੰਦੇ ਸਤਿਗੁਰੂ ਉਮ ਕੇ ਹੀਓ, ਉਮ ਕਿਉਂ ਕਹਿੰਦੇ ਨੇ ਹਿਰਦੇ ਦੇ ਅੰਦਰ ਚਾਉ ਪੈਦਾ ਹੋ ਜਾਣਾ, ਹੀਓ ਕਹਿੰਦੇ ਨੇ ਹਿਰਦੇ ਨੂੰ, ਉਮ ਕੇ ਹੀਓ ਮਿਲਨ ਪ੍ਰਾਪਤਾਈ, ਕਹਿੰਦੇ ਮੇਰੇ ਹਿਰਦੇ ਦੇ ਅੰਦਰ ਚਾਉ ਪੈਦਾ ਹੋਇਆ ਕਿ ਮੈਂ ਆਪਣੇ ਪਤੀ ਪਰਮੇਸ਼ਰ ਪਾਰਬ੍ਰਹਮ ਨੂੰ ਮਿਲ ਪਾਵਾਂ, ਉਹਦੇ ਨਾਲ ਮੇਰਾ ਮਿਲਾਪ ਹੋ ਜਾਏ। ਕਹਿੰਦੇ ਇਹੋ ਚਾਹਨਾ ਲੈ ਕੇ, ਇਹੋ ਇੱਛਾ ਲੈ ਕੇ ਖੋਜਤ ਚਰਿਓ, ਕਹਿੰਦੇ ਮੈਂ ਉਹਨੂੰ ਭਾਲਣ ਵਾਸਤੇ, ਖੋਜਣ ਵਾਸਤੇ ਚੜ ਪਿਆ। ਖੋਜਤ ਚਰਿਓ ਦੇਖੋ ਰਹਿ ਜਾਏ, ਮਨ ਦੇ ਅੰਦਰ ਚਾਹਨਾ ਹੈ ਕਿ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਵੇਖਾਂ, ਉਹ ਕਿਵੇਂ ਦਾ ਹੈ, ਉਹਦੇ ਨਾਲ ਦਿਦਾਰੇ ਕਰਾਂ, ਉਹਦੇ ਦਿਦਾਰਿਆਂ ਦੀ ਤਾਂਘ ਲੈ ਕੇ ਕਹਿੰਦੇ ਉਹਦੇ ਭਾਲ ਦੇ ਲਈ ਮੈਂ ਘਰੋਂ ਤੁਰ ਪਿਆ। ਸੋਨਤ ਸੰਦੇਸਰੋ ਪ੍ਰਗ੍ਰਹਿ ਸੇਜ ਵਿਸ਼ਾਈ, ਕਹਿੰਦੇ ਜਦੋਂ ਮੈਂ ਉਹਦੀ ਭਾਲ ਵਾਸਤੇ ਘਰੋਂ ਤੁਰਿਆ ਨਾ, ਕਦੇ ਮੈਨੂੰ ਕਿਸੇ ਨੇ ਸੰਦੇਸ਼ਾ ਦਿੱਤਾ ਕਿ ਤੇਰਾ ਪਤੀ ਪਰਮੇਸ਼ਰ ਇਸ ਪਾਸੇ ਹੈ, ਆਹ ਤਰੀਕਾ, ਆਹ ਢੰਗ। ਅਨੇਕਾਂ ਤਰ੍ਹਾਂ ਦੇ ਲੋਕ ਮੈਨੂੰ ਸਲਾਹ ਦੇਣ ਵਾਲੇ, ਮਸ਼ਵਰੇ ਦੇਣ ਵਾਲੇ ਆ ਗਏ, ਪਰ ਮਹਾਰਾਜ ਕਹਿੰਦੇ ਭ੍ਰਮ ਆਇਓ ਤੋ ਨਦਰ ਨ ਪਾਏ। ਜਦੋਂ ਮੈਨੂੰ ਕੋਈ ਸੰਦੇਸ਼ਾ ਦੇਣ ਵਾਸਤੇ ਮਿਲਿਆ ਨਾ ਰਸਤੇ ਦੇ ਅੰਦਰ ਕਿ ਤੇਰਾ ਪਤੀ ਇਸ ਪਾਸੇ ਗਿਆ, ਕਹਿੰਦੇ ਮੈਂ ਹਿਰਦੇ ਦੀ ਸੇਜਾ ਤਿਆਰ ਕਰ ਲਈ ਕਿ ਮੈਂ ਉਹਦੇ ਪਿੱਛੇ ਪਿੱਛੇ ਜਾਵਾਂ, ਜਿੱਥੇ ਮੈਨੂੰ ਮੇਰਾ ਪਤੀ ਪਰਮੇਸ਼ਰ ਮਿਲੇਗਾ ਉਹਨੂੰ ਮੈਂ ਆਪਣੇ ਹਿਰਦੇ ਦੇ ਅੰਦਰ ਬਿਠਾ ਲਵਾਂਗੀ, ਹਿਰਦੇ ਦੀ ਸੇਜਾ ਦੇ ਉੱਤੇ। ਪਰ ਕਹਿੰਦੇ ਹੋਇਆ ਕਿ ਭ੍ਰਮ ਆਇਓ ਤਾਂ ਨਜ਼ਰ ਨਾ ਪਾਈ, ਮੈਂ ਸਾਰੇ ਪਾਸੇ ਭਟਕ ਕੇ ਵੇਖ ਲਿਆ, ਮੈਨੂੰ ਮੇਰਾ ਪਤੀ ਦਿਖਿਆ ਨਾ, ਉਹਦੇ ਦਿਦਾਰੇ ਨਾ ਹੋਏ। ਫਿਰ ਮਹਾਰਾਜ ਨੇ ਕਹਿੰਦੇ ਏਕਾ ਸੇਜ ਵਿਸ਼ੇ ਧਨ ਕੰਤਾ, ਕਹਿੰਦੇ ਕਿਤੇ ਸਬਬ ਐਸਾ ਬਣ ਗਿਆ, ਕੋਈ ਐਸਾ ਗੁਰਮੁਖ ਪਿਆਰਾ ਮਿਲਿਆ, ਉਹਨੇ ਮੈਨੂੰ ਦੱਸ ਦਿੱਤਾ ਕਿ ਉਹ ਜਿਹੜਾ ਪਤੀ ਹੈ ਉਹਨੂੰ ਬਾਹਰ ਭਾਲਣ ਦੀ ਲੋੜ ਨਹੀਂ, ਉਹ ਤੇ ਤੇਰੇ ਅੰਦਰ ਵਸਦਾ। ਕਹਿੰਦੇ ਏਕਾ ਸੇਜ ਵਿਸ਼ੇ ਧਨ ਕੰਤਾ, ਅੱਜ ਹਿਰਦਾ ਰੂਪੀ ਸੇਜਾ ਹੈ ਨਾ, ਇਹਦੇ ਉੱਤੇ ਪਤੀ ਤੇ ਪਤਨੀ ਦੋਵੇਂ ਹੀ ਨਿਵਾਸ ਕਰਦੇ ਨੇ, ਭਾਵ ਜੀਵ ਰੂਪੀ ਇਸਤਰੀ ਤੇ ਉਹ ਪਰਮਾਤਮਾ ਪਾਰਬ੍ਰਹਮ ਦੋਵਾਂ ਦਾ ਵਾਸਾ। ਏਕਾ ਸੇਜ ਵਿਸ਼ੀ, ਏਕਾ
ਸੇਜਾ ਹੈ ਉਹਦੇ ਉੱਤੇ ਧਨ ਤੇ ਕੰਤਾ, ਧਨ ਕਹੀਏ ਇਸਤਰੀ ਨੂੰ, ਕੰਤਾ ਕਹੀਏ ਪਤੀ ਨੂੰ। ਕਹਿੰਦੇ ਜੀਵ ਰੂਪੀ ਇਸਤਰੀ ਤੇ ਪਤੀ ਪਾਰਬ੍ਰਹਮ ਦੋਵੇਂ ਨਿਵਾਸ ਕਰਦੇ ਨੇ। ਧਨ ਸੁਤੇ ਫਿਰ ਸਦ ਜਾਗੰਤਾ, ਜੇ ਦੋਵਾਂ ਦਾ ਟਿਕਾਣਾ ਇੱਕ ਥਾਂ ਤੇ ਹੈ, ਦੋਵੇਂ ਇੱਕ ਥਾਂ ਤੇ ਵਸਦੇ ਨੇ, ਫਿਰ ਮਿਲਾਪ ਕਿਉਂ ਨਹੀਂ ਹੈ? ਕਹਿੰਦੇ ਮਿਲਾਪ ਦਾ ਕਾਰਨ ਇਹ ਹੈ, ਇਸ ਕਰਕੇ ਮਿਲਾਪ ਨਹੀਂ ਕਿ ਜਿਹੜੀ ਜੀਵ ਰੂਪੀ ਇਸਤਰੀ ਹੈ ਤੇ ਪਤੀ ਪਰਮੇਸ਼ਰ ਦੇ ਨਾਲ ਉਸੇ ਹਿਰਦੇ ਰੂਪੀ ਸਿਰਜਾ ਦੇ ਉੱਤੇ ਹੈ, ਪਰ ਇਹ ਮਾਇਆ ਦੇ ਨਸ਼ੇ ਦੇ ਅੰਦਰ ਗਲਤਾਨ ਹੋ ਕੇ ਗੂੜੀ ਨੀਂਦ ਸੁੱਤੀ ਹੈ। ਹੁਣ ਸੁੱਤੇ ਹੋਏ ਜੀਵ ਨੂੰ ਨਹੀਂ ਪਤਾ ਲੱਗਦਾ ਉਹਦੇ ਲਾਗੇ ਕੌਣ ਬੈਠਾ। ਮਹਾਰਾਜ ਕਹਿੰਦੇ ਧਨ ਸੁੱਤੀ ਫਿਰ ਸਦ ਜਾਗਤਾ, ਪਰ ਕੋਲ ਬੈਠਾ ਉਹ ਪਰਮਾਤਮਾ ਪਰਮੇਸ਼ਰ ਪਤੀ ਜਾਗਦਾ ਹੈ। ਪੀਓ ਮਦਰੋ, ਮਦਰੋ ਕਹਿੰਦੇ ਨੇ ਸ਼ਰਾਬ, ਜਿਵੇਂ ਇੱਕ ਸ਼ਰਾਬੀ ਸ਼ਰਾਬ ਦੇ ਨਸ਼ੇ ਦੇ ਅੰਦਰ ਧੁੰਦ ਹੋ ਕੇ ਗਲਤਾਨ ਹੋ ਕੇ ਉਹ ਮਸਤ ਹੋ ਕੇ ਸੌ ਜਾਂਦਾ ਹੈ ਨਾ, ਇਸੇ ਤਰ੍ਹਾਂ ਕਹਿੰਦੇ ਇਹ ਜੀਵ ਰੂਪੀ ਇਸਤਰੀ ਮਾਇਆ ਦੇ ਨਸ਼ੇ ਦੇ ਅੰਦਰ ਗਰਸੀ ਹੋਈ ਹੈ ਤੇ ਹਿਰਦੇ ਰੂਪੀ ਸਿਰਜਾ ਦੇ ਉੱਤੇ ਪਤੀ ਦੇ ਕੋਲ ਸੁੱਤੀ ਪਈ ਹੈ ਤੇ ਇਹਨੂੰ ਪਤੀ ਦਿਖਾਈ ਨਹੀਂ ਦਿੰਦਾ। ਕਹਿੰਦੇ ਧਨ ਜਾਗੈ ਜੇ ਫਿਰ ਬੋਲੰਤਾ, ਹੁਣ ਇਹਨੂੰ ਪਰਮਾਤਮਾ ਪਤੀ ਦਿਖਾਈ ਕਿਵੇਂ ਦੇ, ਕਿਵੇਂ ਪੁੱਤਰ ਸਾਂਝ ਪੈ? ਕਹਿੰਦੇ ਇਹ ਤੇ ਮਾਇਆ ਦੇ ਅੰਦਰ ਧੁੰਦ ਹੈ, ਮਾਇਆ ਅੰਦਰ ਗਲਤਾਨ ਹੈ, ਇਹਨੂੰ ਰੱਬ ਨਹੀਂ ਵੇਖਣਾ। ਪਰ ਜੇਕਰ ਉਹ ਪਰਮਾਤਮਾ ਆਪ ਹਲੂਣਾ ਦਵੇ ਕੋਲ ਬੈਠੇ ਆ, ਧਨ ਜਾਗੈ ਜੇ ਫਿਰ ਬੋਲੰਤਾ, ਜੇਕਰ ਪਤੀ ਪਰਮੇਸ਼ਰ ਕੋਲ ਬੋਲ ਕੇ ਆਵਾਜ਼ ਦੇ ਨਾ, ਕਹਿੰਦੇ ਕਿ ਜੀਵ ਰੂਪੀ ਇਸਤਰੀ ਹੈ ਜਿਹੜੀ ਇਹ ਮਾਇਆ ਦੇ ਨਸ਼ੇ ਤੋਂ ਬਾਹਰ ਹੋ ਸਕਦੀ ਹੈ। ਫਿਰ ਕਹਿੰਦੇ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ, ਜੀਵਨ ਦੇ ਅੰਦਰ ਬੜੀ ਨਿਰਾਸ਼ਾ ਪੈਦਾ ਹੋਈ ਕਿ ਇੰਨਾ ਸਮਾਂ ਹੋ ਗਿਆ ਹਜੇ ਤੱਕ ਮੈਨੂੰ ਮੇਰਾ ਪਤੀ ਮਿਲਿਆ ਨਹੀਂ, ਉਸ ਪਰਮਾਤਮਾ ਨਾਲ ਮੇਰੀ ਸਾਂਝ ਨਹੀਂ ਬਣੀ। ਦੇਸ ਦੇਸ਼ਾਂਤਰ ਮੈਂ ਸਗਲੇ ਝਾਕੇ, ਸਾਰੇ ਪਾਸੇ ਕਹਿੰਦੇ ਵੇਖ ਲਿਆ ਪਰ ਪਰਮਾਤਮਾ ਨਾਲ ਸਾਂਝ ਨਾ ਬਣੀ। ਕਹਿੰਦੇ ਪਰ ਹੁਣ ਜਦੋਂ ਪਰਮਾਤਮਾ ਨਾਲ ਸਾਂਝ ਤੇ ਨਹੀਂ ਹੈ, ਪਰ ਹਿਰਦੇ ਦੇ ਅੰਦਰ ਇੱਕ ਤੜਪ ਜ਼ਰੂਰ ਪੈਦਾ ਹੋ ਗਈ ਹੈ, ਹਿਰਦੇ ਦੇ ਅੰਦਰ ਇੱਕ ਲਾਲਸਾ ਜ਼ਰੂਰ ਪੈਦਾ ਹੋ ਗਈ, ਇੱਕ ਤਮੰਨਾ ਪੈਦਾ ਹੋਈ ਕਿ ਮੈਂ ਆਪਣੇ ਪਤੀ ਤੋਂ ਵੇਖਣ ਤੋਂ ਬਿਨਾਂ, ਉਹਦੇ ਮਿਲਾਪ ਤੋਂ ਬਿਨਾਂ ਜੀਵਨ ਦੇ ਅੰਦਰ ਸੁਖੀ ਹਾਸਲ ਨਹੀਂ, ਖੁਸ਼ੀ ਹਾਸਲ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਹੁਣ ਅਵਸਥਾ ਐਸੀ ਹੈ ਕਿ ਖਿੰਨ ਰਹਿਣ ਨਾ ਪਾਵੋ, ਇੱਕ ਖਿੰਨ ਵਾਸਤੇ ਵੀ ਖਿੰਨ ਰਹਿਣ ਨਾ ਪਾਵੋ, ਬਿਨ ਪੱਗ ਪਾਕੇ, ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਜੁੜਨ ਤੋਂ ਬਿਨਾਂ ਇਹ ਖਿੰਨ ਵੀ ਮੇਰੇ ਤੋਂ ਰਿਹਾ ਨਹੀਂ ਜਾਂਦਾ। ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ, ਕਹਿੰਦੇ ਹੁਣ ਜਦੋਂ ਇਵੇਂ ਦੀ ਇੱਛਾ ਅੰਦਰ ਪੈਦਾ ਹੋ ਜਾਏ, ਅੰਦਰ ਜਦੋਂ ਖਿੱਚ ਪੈਦਾ ਹੁੰਦੀ ਹੈ ਨਾ ਪਤੀ ਨੂੰ ਮਿਲਣ ਦੀ, ਪਿਆਰੇ ਨੂੰ ਮਿਲਣ ਦੀ, ਫਿਰ ਕਹਿੰਦੇ ਉਹ ਪਰਮਾਤਮਾ ਆਪ ਕਿਰਪਾਲੂ ਕਿਰਪਾ ਕਰਦਾ ਹੈ। ਹੋਏ ਕਿਰਪਾਲ, ਕਹਿੰਦੇ ਉਹ ਕਿਰਪਾ ਦੇ ਘਰ ਅੰਦਰ ਆਇਆ ਤੇ ਮੈਨੂੰ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ, ਮੇਰੀ ਸਾਂਝ ਉਹਦੇ ਨਾਲ ਬਣ ਗਈ। ਪਰ ਸਾਂਝ ਬਣੀ ਕਿਵੇਂ? ਕਹਿੰਦੇ ਉਹਨੇ ਬਖਸ਼ਿਸ਼ੇ ਕੀਤੀ ਕਿ ਭਾਇਓ ਕਿਰਪਾਲ ਸਤ ਸੰਗ ਮਿਲਾਇਆ, ਪਹਿਲਾ ਸਟੈਪ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਕਹਿੰਦੇ ਉਹਨੇ ਕਿਰਪਾ ਕਰਕੇ ਮੈਨੂੰ ਸੰਗਤ ਦੇ ਅੰਦਰ ਜੁੜਨਾ ਸਿਖਾ ਦਿੱਤਾ, ਸੰਗਤ ਅੰਦਰ ਬੈਠਣਾ ਸਿਖਾ ਦਿੱਤਾ, ਸੰਗਤ ਦੇ ਅੰਦਰ ਬੈਠਣ ਦੀ ਮੈਨੂੰ ਆਦਤ ਪਾ ਦਿੱਤੀ। ਜਦੋਂ ਸੰਗਤ ਦੇ ਅੰਦਰ ਮੈਂ ਬੈਠਿਆ ਨਾ, ਉੱਚੀ ਤਪਤ, ਸੰਗਤ ਦੇ ਅੰਦਰ ਨਾਮ ਰਸ ਦਾ ਅਭਿਆਸ ਕੀਤਾ, ਅੰਦਰ ਦੀ ਤਪਤ ਬੁਝ ਗਈ ਤੇ ਜਦੋਂ ਅੰਦਰੋਂ ਤਪਤ ਬੁਝ ਗਈ ਫਿਰ ਕਹਿੰਦੇ ਘਰੈ ਫਿਰ ਪਾਇਆ, ਉਸ ਪਤੀ ਪਰਮੇਸ਼ਰ ਨੂੰ ਮੈਂ ਆਪਣੇ ਘਰ ਅੰਦਰ ਪਾ ਲਿਆ, ਹਿਰਦੇ ਦੇ ਅੰਦਰ ਪਹਿਚਾਨ ਕਰ ਲਈ। ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ, ਕਹਿੰਦੇ ਹੁਣ ਸਾਰੇ ਕੰਮ ਕੀਤੇ ਸ਼ਿੰਗਾਰ ਮੈਨੂੰ ਚੰਗੇ ਲੱਗਦੇ ਨੇ ਕਿਉਂਕਿ ਮੇਰਾ ਪਤੀ ਪਰਮੇਸ਼ਰ ਮੇਰੇ ਕੋਲ ਹੈ। ਕਾਹੋ ਨਾਨਕ ਗੁਰ ਭਰਮ ਚੁਕਾਇਆ, ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਗੁਰੂ ਨੇ ਰਹਿਮਤ ਵਰਸਾ ਕੇ ਅੰਦਰੋਂ ਭਰਮ ਮਿਟਾ ਦਿੱਤਾ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਅੰਦਰੋਂ ਭਰਮ ਮਿਟ ਗਿਆ। ਕਹਿੰਦੇ ਹੁਣ ਅਵਸਥਾ ਹੈ ਕਿ ਜਾਂ ਦੇਖਾਂ ਤਾਂ ਫਿਰ ਹੈ ਭਾਈ, ਜਿਸ ਪਾਸੇ ਵੀ ਤੱਕਾਂ, ਜਿਸ ਪਾਸੇ ਵੀ ਵੇਖਾਂ ਮੈਨੂੰ ਉਹ ਪਿਆਰਾ ਪਤੀ ਪਰਮੇਸ਼ਰ ਦਿਖਾਈ ਦਿੰਦਾ ਹੈ। ਖੋਲਿਓ ਕਪਾਟ ਤਾਂ ਮਨ ਠਹਿਰਾਏ, ਕਹਿੰਦੇ ਹੁਣ ਗੁਰੂ ਨੇ ਕਿਰਪਾ ਕੀਤੀ, ਅੰਦਰ ਦੇ ਕਪਾਟ ਖੋਲ ਦਿੱਤੇ। ਜਦੋਂ ਅੰਦਰ ਦੇ ਕਪਾਟ ਖੁੱਲ ਗਏ ਹੁਣ ਮਨ ਸਥਿਰਤਾ ਦੇ ਅੰਦਰ, ਟਿਕਾਓ ਦੇ ਅੰਦਰ ਆ ਗਿਆ ਤੇ ਜਦੋਂ ਮਨ ਟਿਕ ਜਾਏ, ਜਦੋਂ ਮਨ ਦੇ ਅੰਦਰ ਸਥਿਰਤਾ ਅਡੋਲਤਾ ਆ ਜਾਏ, ਫਿਰ ਕਹਿੰਦੇ ਅਵਸਥਾ ਇਹ ਬਣਦੀ ਹੈ ਕਿ ਜਹਾਂ ਦੇਖਾਂ
ਤਾਂ ਫਿਰ ਹੈ ਭਾਈ ਉਸ ਪਾਸੇ ਮੈਨੂੰ ਉਹ ਪਰਮਾਤਮਾ ਪਿਆਰਾ ਵਿਖਾਈ ਦਿੰਦਾ ਹੈ। ਇਹ ਸਾਰਾ ਕਾਰਜ ਇੱਕ ਤੇ ਗੁਰੂ ਦੀ ਕਿਰਪਾ ਦੇ ਸਦਕਾ ਹੋਇਆ ਹੈ, ਇੱਕ ਪਰਮਾਤਮਾ ਨੇ ਆਪ ਜੀਵਨ ਦੇ ਅੰਦਰ ਹਲੂਣਾ ਦਿੱਤਾ ਕਿ ਪਰਮਾਤਮਾ ਨਾਲ ਮੇਰੀ ਨੇੜਤਾ ਬਣ ਗਈ, ਸਾਂਝ ਬਣ ਗਈ। ਇਹ ਬਖਸ਼ਿਸ਼ ਸਾਹਿਬ ਜੀ ਨੇ ਇੱਕ ਸਵਾਲੀਆ ਰੂਪ ਦੇ ਅੰਦਰ ਇਸ ਪਾਵਨ ਸ਼ਬਦ ਅੰਦਰ ਰਹਿਮਤ ਵਰਸਾਈ। ਮਈਆਂ